ਇਸ ਸ਼ਬਦ ਦੀਆਂ ਆਖਰੀ ਪੰਕਤੀਆਂ ਹਨ। ਸਰਬੇ ਏਕ ਅਨੇਕੈ ਸੁਆਮੀ, ਸਭ ਘਟ ਭੋਗਵੈ ਸੋਈ। ਕਹਿ ਰਵਿਦਾਸ ਹਾਥ ਪੈ ਨੇਰੇ, ਸਹਜੇ ਹੋਏ ਸੋ ਹੋਈ। ਹਾਥ ਪੈ ਨੇੜੇ, ਹੱਥ ਤੋਂ ਵੀ ਨੇੜੇ ਹੈ, ਦੂਰ ਨਹੀਂ ਹੈ। ਇਸ ਕਰਕੇ ਸਹਜੇ ਹੋਏ ਸੋ ਹੋਈ। ਕਿਉਂਕਿ ਜਿਹੜਾ ਦੂਰ ਹੈ ਉਹਨੂੰ ਪਾਉਣ ਵਾਸਤੇ ਅਸਹਿਜ ਹੋਣਾ ਪੈਂਦਾ ਹੈ। ਕੁਛ ਕਰਨਾ ਪਵੇਗਾ, ਦੌੜਨਾ ਪਵੇਗਾ, ਭੱਜਣਾ ਪਵੇਗਾ। ਜਿਹੜਾ ਦੂਰ ਹੈ ਉਹਨੂੰ ਪ੍ਰਾਪਤ ਕਰਨ ਵਾਸਤੇ। ਪਰ ਜਿਹੜਾ ਨੇੜੇ ਹੀ ਹੈ, ਇੰਨਾ ਨੇੜੇ ਹਾਥ ਪੈ ਨੇੜੇ, ਇਹ ਵੀ ਕਹਿਣਾ ਬਣਦਾ ਨਹੀਂ ਹੈ, ਪਰ ਕਹਿਣਾ ਪੈਂਦਾ ਹੈ ਸਮਝਾਉਣ ਵਾਸਤੇ। ਵਾਸਤਵਿਕ ਦੇ ਵਿੱਚ ਤੇ ਉਹ ਹੀ ਹੋ। ਤੁਸੀਂ ਵੀ ਵਾਸਤਵਿਕ ਜੋ ਸਰੂਪ ਹੈ ਉਹ ਤੁਹਾਡਾ ਉਹ ਹੀ ਹੈ। ਤੁਸੀਂ ਆਪਣੇ ਸਰੂਪ ਨੂੰ ਭੁੱਲ ਗਏ ਹੋ। ਤੇ ਜਿਵੇਂ ਆਪਾਂ ਇਉਂ ਕਹਿ ਸਕਦੇ ਹਾਂ ਵੀ ਜਿਹੜੀ ਚੀਜ਼ ਸਦਾ ਹੀ ਤੁਹਾਡੇ ਕੋਲ ਹੈ, ਤੁਹਾਡੇ ਨਾਲ ਹੈ, ਤੁਹਾਡੇ ਅੰਦਰੇ ਹੀ ਹੈ, ਉਹਨੂੰ ਭੁੱਲ ਜਾਂਦੇ ਹੋ ਤੁਸੀਂ। ਅਕਸਰ ਐਸਾ ਹੁੰਦਾ ਹੈ ਨਾ, ਜਿਹੜੀ ਤੁਹਾਡੇ ਜੇਬ 'ਚ ਹੀ ਹੈ ਉਹਨੂੰ ਤੁਸੀਂ ਭੁੱਲ ਜਾਂਦੇ ਹੋ, ਕੋਲੇ ਹੀ ਹੈ। ਇਵੇਂ ਹੀ ਤੁਸੀਂ ਆਪਣੇ ਆਪ ਨੂੰ ਭੁੱਲ ਗਏ, ਆਪਣੇ ਸਰੂਪ ਨੂੰ ਭੁੱਲ ਗਏ। ਤੁਸੀਂ ਬਾਹਰ ਚਲੇ ਗਏ, ਆਪਣੇ ਨੇੜੇ ਨਹੀਂ ਰਹੇ, ਤੁਸੀਂ ਦੂਰ ਚਲੇ ਗਏ, ਆਪਣੇ ਤੋਂ ਦੂਰ ਬਾਹਰ ਭਟਕ ਗਏ। ਇਹ ਭੁੱਲ ਕਿਵੇਂ ਹੋ ਗਈ? ਵੀ ਆਪਣੇ ਆਪ ਨੂੰ ਆਦਮੀ ਭੁੱਲ ਕੇ, ਮਨੁੱਖ ਭੁੱਲ ਕੇ ਤੇ ਬਾਹਰ ਭਟਕ ਗਿਆ ਹੈ। ਐਸਾ ਕਿਵੇਂ ਹੋਇਆ? ਇਹ ਸ਼ੁਰੂ ਤੋਂ ਹੀ ਸਮਝੋ, ਸ਼ਾਇਦ ਖਿਆਲ ਵਿੱਚ ਆ ਜਾਵੇ। ਜਿਵੇਂ ਬੱਚਾ ਪੈਦਾ ਹੁੰਦਾ ਹੈ, ਜਾਂ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਲਿਵ ਛੁਟਕੀ ਲਾਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਜਦੋਂ ਜੰਮਿਆ, ਪੈਦਾ ਹੋਇਆ, ਮਾਤਾ ਦੇ ਗਰਭ ਤੋਂ ਬਾਹਰ ਆਇਆ, ਤੇ ਉਹਦਾ ਧਿਆਨ ਸੰਸਾਰ ਵੱਲ ਆਕਰਸ਼ਿਤ ਹੋਇਆ। ਉਹਨੇ ਦੇਖਿਆ ਬਾਹਰ ਅੱਖਾਂ ਖੋਲ ਕੇ, ਤੇ ਬੜਾ ਸੁੰਦਰ ਲੱਗਾ, ਰੰਗ ਬਿਰੰਗਾ ਸੰਸਾਰ। ਪਹਿਲੇ ਪਹਿਲ ਦੇਖ ਰਿਹਾ ਹੈ ਨਾ, ਜਿਵੇਂ ਤੁਸੀਂ ਪਹਿਲੇ ਪਹਿਲ ਕਿਸੇ ਪਹਾੜ ਨੂੰ ਦੇਖੋ, ਕਿਸੇ ਪਰਬਤ ਨੂੰ ਦੇਖੋ, ਪਹਿਲੇ ਪਹਿਲ ਦੇਖੋ ਤੇ ਬੜਾ ਸੁੰਦਰ ਲੱਗਦਾ। ਪਰ ਰੋਜ਼ ਰੋਜ਼ ਦੇਖੀ ਜਾਓ ਫਿਰ ਨਹੀਂ ਲੱਗਦਾ। ਇਸ ਕਰਕੇ ਪਹਾੜਾਂ 'ਚ ਰਹਿਣ ਵਾਲਿਆਂ ਨੂੰ ਪਹਾੜ ਸੁੰਦਰ ਨਹੀਂ ਲੱਗਦੇ ਹਨ। ਜਿਹੜਾ ਕਦੇ ਕਦਾਈ ਆਉਂਦਾ ਹੈ ਉਹਨੂੰ ਲੱਗਦੇ ਆ। ਪਹਿਲੀ ਵਾਰਾਂ ਦੇਖਿਆ ਤੇ ਫਿਰ ਬਹੁਤ ਹੀ ਲੱਗਦੇ ਹਨ। ਮਨਮੋਹਕ ਪਹਾੜ, ਸੁੰਦਰ ਪ੍ਰਕਿਰਤੀ, ਰੰਗ ਬਿਰੰਗੇ ਫੁੱਲ, ਰੰਗ ਬਿਰੰਗੀ ਸ੍ਰਿਸ਼ਟੀ, ਤੇ ਬੱਚਾ ਸਮੋਹਿਤ ਹੋ ਜਾਂਦਾ ਹੈ।
ਇਹਨੂੰ ਹੀ ਮਾਇਆ ਕਿਹਾ। ਲਿਵ ਛੁਟਕੀ ਲਾਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਤ੍ਰਿਸ਼ਨਾ ਕੀ ਲੱਗੀ? ਇਹ ਸੰਸਾਰ ਨੂੰ ਜਦੋਂ ਦੇਖਿਆ ਤਾਂ ਉਹਨੂੰ ਮਜ਼ਾ ਆਇਆ, ਚੰਗਾ ਲੱਗਾ, ਸੋਹਣਾ ਲੱਗਾ। ਫਿਰ ਉਹਨੇ ਜ਼ਬਾਨ ਦੁਆਰਾ, ਮੂੰਹ ਦੁਆਰਾ ਦੁੱਧ ਚੱਖਿਆ, ਦੁੱਧ ਪੀਤਾ, ਉਹਦਾ ਸਵਾਦ ਲਿਆ ਤੇ ਸਵਾਦ ਦੁਆਰਾ ਵੀ ਉਹ ਬਾਹਰ ਜੁੜ ਗਿਆ। ਹੁਣ ਬੱਚਾ ਇੰਨਾ ਤੇ ਸੋਚ ਨਹੀਂ ਸਕਦਾ ਵੀ ਇਹ ਸਵਾਦ ਅੰਦਰੋਂ ਹੀ ਆ ਰਿਹਾ ਹੈ। ਤੁਸੀਂ ਨਹੀਂ ਸੋਚ ਸਕਦੇ ਤੇ ਬੱਚਾ ਕਿਵੇਂ ਸੋਚੂ? ਤੇ ਬੱਚੇ ਨੇ ਦੇਖਿਆ ਵੀ ਮਾਂ ਦੁੱਧ ਦਿੰਦੀ ਹੈ, ਐਸਾ ਸੋਚਦਾ ਨਹੀਂ ਹੈ ਬੱਚਾ। ਪਰ ਉਹ ਜਦੋਂ ਬਾਹਰੋਂ ਦੁੱਧ ਪੀਂਦਾ ਹੈ, ਚੱਖਦਾ, ਉਹਨੂੰ ਸਵਾਦ ਲੱਗਦਾ ਤੇ ਉਹ ਬਾਹਰ ਦੁੱਧ ਦਾ ਕਰਕੇ, ਜੀਭ ਦਾ ਸਵਾਦ ਕਰਕੇ ਵੀ ਬਾਹਰ ਜੁੜਦਾ ਹੈ। ਅੱਖਾਂ ਦੇਖਦੀਆਂ ਹਨ ਬਾਹਰ ਰੂਪ ਤੇ ਆਕਰਸ਼ਿਤ ਹੁੰਦਾ ਹੈ, ਮੋਹਿਤ ਹੁੰਦਾ ਹੈ। ਬੱਚਾ ਬੜਾ ਖੁਸ਼ ਹੁੰਦਾ ਹੈ ਨਵੀਆਂ ਨਵੀਆਂ ਸੂਰਤਾਂ ਦੇਖ ਕੇ, ਰੰਗ ਬਿਰੰਗੇ ਫੁੱਲ ਦੇਖ ਕੇ, ਤਿਤਲੀਆਂ ਦੇਖ ਕੇ ਕਿੰਨਾ ਖੁਸ਼ ਹੁੰਦਾ ਹੈ। ਪਹਿਲੀ ਵਾਰ ਦੇਖ ਰਿਹਾ, ਉਹਨੂੰ ਚੰਗਾ ਬੜਾ ਲੱਗਦਾ ਹੈ। ਸੰਸਾਰ ਸਮੋਹਿਤ ਕਰਦਾ ਹੈ, ਆਕਰਸ਼ਿਤ ਕਰਦਾ ਹੈ। ਪ੍ਰਕਿਰਤੀ ਹੈ ਪਰਮਾਤਮਾ ਦੀ, ਹੁਸਨ ਵਜੂ ਹੈ। ਤੇ ਬੱਚਾ ਖੁਸ਼ ਹੁੰਦਾ ਹੈ ਦੇਖ ਕੇ। ਕੰਨਾਂ ਦੁਆਰਾ ਮਧੁਰ ਆਵਾਜ਼ ਸੁਣਦਾ ਹੈ ਕਿਸੇ ਦੀ, ਵਾਰ ਵਾਰ ਮਾਂ ਬੁਲਾਉਂਦੀ ਹੈ, ਪੁਕਾਰਦੀ, ਉਹਨੂੰ ਚੰਗੀ ਲੱਗਦੀ, ਉਹਦੇ ਦੁਆਰਾ ਵੀ ਬਾਹਰ ਜੁੜਦਾ ਹੈ। ਫਿਰ ਦੂਸਰੀ ਗੱਲ ਇਹ ਹੈ ਵੀ ਬਾਹਰ ਜਿਹੜੇ ਪਰਿਵਾਰ ਦੇ ਮੈਂਬਰ ਹਨ, ਸਮਾਜਿਕ ਲੋਕ ਹਨ, ਚਾਰ ਛਪੇਰੇ ਜਿੰਨੇ ਵੀ ਹਨ, ਸਾਰੇ ਹੀ ਉਹਦਾ ਧਿਆਨ ਬਾਹਰ ਨੂੰ ਆਕਰਸ਼ਿਤ ਕਰਦੇ। ਇਹ ਮਨੁੱਖ ਨੂੰ ਸਭ ਤੋਂ ਵੱਡੀ ਬਿਮਾਰੀ ਹੈ ਤੇ ਹਰ ਇੱਕ ਨੂੰ ਲੱਗੀ ਹੋਈ ਹੈ। ਤੇ ਬੱਚਿਆਂ ਨੂੰ ਵੀ ਇਵੇਂ ਹੀ ਲਾਉਂਦੇ ਹਨ ਜਿਵੇਂ ਉਹਨਾਂ ਨੂੰ ਆਪਣੇ ਆਪ ਨੂੰ ਲੱਗੀ। ਆਪਣੇ ਆਪ ਨੂੰ ਨਹੀਂ ਨਾ ਪਤਾ ਲੱਗ ਰਿਹਾ ਤੁਹਾਨੂੰ। ਜਿਵੇਂ ਕੋਈ ਵੀ ਆਉਂਦਾ ਹੈ ਘਰ ਦੇ ਵਿੱਚ ਤੇ ਬੱਚੇ ਨੂੰ ਆਕਰਸ਼ਿਤ ਕਰਦਾ ਹੈ ਆਪਣੇ ਵੱਲ ਨੂੰ, ਉਹਦੇ ਸਾਹਮਣੇ ਦੇਖ ਕੇ ਹੱਸਦਾ ਹੈ, ਬੁਲਾਉਂਦਾ ਹੈ, ਮੁਸਕਰਾਉਂਦਾ ਹੈ ਵੀ ਮੇਰੇ ਵੱਲ ਦੇਖੇ ਬੱਚਾ। ਬੱਚਾ ਦੇਖ ਲਵੇ ਤੇ ਥੋੜ੍ਹਾ ਜਿਹਾ ਹੱਸੇ ਤੇ ਬੜਾ ਖੁਸ਼ ਹੁੰਦਾ ਹੈ ਆਦਮੀ। ਇਸਤਰੀਆਂ ਬੜੀਆਂ ਖੁਸ਼ ਹੁੰਦੀਆਂ ਹਨ ਬੱਚਿਆਂ ਨੂੰ, ਬੱਚੇ ਨੇ ਮੇਰੇ ਵੱਲ ਦੇਖਿਆ। ਤੇ ਤੁਸੀਂ ਧਿਆਨ ਮੰਗਦੇ ਹੋ। ਜਿਵੇਂ ਆਮ ਸਧਾਰਨ ਸੰਸਾਰ ਦੇ ਵਿੱਚ ਤੁਸੀਂ ਰਹਿ ਰਹੇ ਹੋ, ਖਿਆਲ ਕਰੋ ਥੋੜ੍ਹਾ ਜਿਹਾ ਵੀ ਤੁਸੀਂ ਸਾਰਿਆਂ ਕੋਲ ਧਿਆਨ ਮੰਗਦੇ ਹੋ ਤੇ ਹਰ ਇੱਕ ਹੀ ਮੰਗਤਾ ਹੈ। ਇਹ ਬਚਪਨ 'ਚੋਂ ਹੀ ਆਦਤ ਬਣ ਗਈ ਹੈ ਵੀ ਜਿਹਨੂੰ ਤੁਸੀਂ ਧਿਆਨ ਦਿੰਦੇ ਹੋ, ਜਿਹਦੇ ਵੱਲ ਧਿਆਨ ਕਰਦੇ ਹੋ, ਖੁਸ਼ ਹੁੰਦਾ ਹੈ। ਹੁੰਦਾ ਹੀ ਹੈ ਨਾ। ਪਤੀ ਜ਼ਿਆਦਾ ਪਤਨੀ ਵੱਲ ਧਿਆਨ ਦੇਵੇ, ਪਤਨੀ ਖੁਸ਼ ਹੁੰਦੀ ਹੈ। ਬੱਚਿਆਂ ਵੱਲ ਧਿਆਨ ਦੇਵੇ, ਬੱਚੇ ਖੁਸ਼ ਹੁੰਦੇ ਆ। ਤੇ ਨਾ ਧਿਆਨ ਦੇਵੇ ਤੇ ਨਾਰਾਜ਼ ਹੁੰਦੇ ਹਨ ਵੀ ਮੇਰੇ ਵੱਲ ਧਿਆਨ ਹੀ ਨਹੀਂ ਕਰ ਰਹੇ। ਤੇ ਧਿਆਨ ਖੁਰਾਕ ਹੈ, ਅਹੰਕਾਰ ਦੀ ਖੁਰਾਕ ਧਿਆਨ ਹੈ, ਇਉਂ ਕਹਿ ਸਕਦੇ ਹਾਂ। ਤੇ ਧਿਆਨ ਬਹੁਤ ਭਟਕਾਉਂਦਾ ਹੈ। ਹੁਣ ਧਿਆਨ ਤੁਸੀਂ ਬਾਹਰੋਂ ਦੂਸਰਿਆਂ ਕੋਲੋਂ ਮੰਗ ਰਹੇ ਹੋ ਵੀ ਧਿਆਨ ਮੇਰੇ ਵੱਲ ਜ਼ਿਆਦਾ ਤੋਂ ਜ਼ਿਆਦਾ ਲੋਕ ਦੇਣ। ਇਸੇ ਕਰਕੇ ਹੀ ਆਦਮੀ ਪ੍ਰਸ਼ੰਸਾ ਚਾਹੁੰਦਾ ਹੈ। ਪ੍ਰਸ਼ੰਸਾ ਬਾਹਰੋਂ ਮਿਲੇ
ਬਾਹਰੋਂ ਲੋਕ ਮੇਰੇ ਵੱਲ ਧਿਆਨ ਦੇਣ, ਮੇਰੇ ਵੱਲ ਖਿਆਲ ਕਰਨ। ਜਿੰਨੇ ਜ਼ਿਆਦਾ ਖਿਆਲ ਕਰਨਗੇ ਉਹਨਾਂ ਜ਼ਿਆਦਾ ਮਜ਼ਾ ਆਉਂਦਾ ਆਦਮੀ। ਇਹੋ ਹੀ ਤੇ ਰਾਜਨੀਤੀ। ਤੇ ਇੱਥੋਂ ਹੀ ਹਉਮੈ ਜਿਹੜੀ ਹੈ ਮਜ਼ਬੂਤ ਹੁੰਦੀ ਹੈ। ਜਿੰਨੇ ਜ਼ਿਆਦਾ ਲੋਕ ਧਿਆਨ ਦੇਣਗੇ ਤੁਹਾਡੇ ਵੱਲ, ਤੁਹਾਨੂੰ ਉਹਨਾਂ ਚੰਗਾ ਲੱਗਦਾ ਹੈ। ਤੇ ਹਰ ਇੱਕ ਹੀ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ। ਉਹ ਕਿਸੇ ਢੰਗ ਨਾਲ ਵੀ ਕਰੇ। ਹਰ ਇੱਕ ਦਾ ਢੰਗ ਵੱਖਰਾ ਹੈ। ਕੋਈ ਕਲਾਕਾਰ ਹੈ, ਉਹ ਆਪਣੀ ਕਲਾ ਦੁਆਰਾ ਦੂਜਿਆਂ ਦਾ ਧਿਆਨ ਆਕਰਸ਼ਿਤ ਕਰਦਾ ਹੈ। ਫਿਰ ਜਿੰਨੇ ਧਿਆਨ ਦਿੰਦੇ ਹਨ ਸਰੋਤੇ, ਦਰਸ਼ਕ ਉਹਨਾਂ ਵੱਲ, ਉਤੋਂ ਘਟਣ ਨਾ ਵਧਣ। ਅਗਰ ਘਟ ਜਾਂਦੇ ਹਨ ਤੇ ਉਹਨਾਂ ਨੂੰ ਬੜੀ ਨਾਰਾਜ਼ਗੀ ਹੁੰਦੀ, ਨਮੋਸ਼ੀ ਹੁੰਦੀ। ਮੇਰੇ ਸਰੋਤੇ ਹੀ ਘਟ ਗਏ, ਮੇਰੇ ਵੱਲ ਧਿਆਨ ਦੇਣ ਵਾਲੇ ਘਟ ਗਏ। ਤੇ ਵੱਧ ਤੋਂ ਵੱਧ ਆਕਰਸ਼ਣ ਦਾ ਕੇਂਦਰ ਮੈਂ ਬਣਿਆ ਰਵਾਂ। ਲੋਕ ਮੈਨੂੰ ਦੇਖਦੇ ਰਹਿਣ, ਮੈਨੂੰ ਯਾਦ ਕਰਦੇ ਰਹਿਣ, ਮੇਰੀਆਂ ਗੱਲਾਂ ਕਰਦੇ ਰਹਿਣ। ਇਹੋ ਹੀ ਆਦਮੀ ਦੇ ਅੰਦਰ ਇੱਕ ਵਾਸ਼ਨਾ ਹੈ। ਇਹੋ ਹੀ ਅਹੰਕਾਰ ਹੈ। ਇਹਦੇ ਨਾਲ ਹੰਕਾਰ ਵੱਧਦਾ ਹੈ। ਜਿੰਨੇ ਜ਼ਿਆਦਾ ਲੋਕ ਆਕਰਸ਼ਿਤ ਹੋਣਗੇ, ਇਹੋ ਹੀ ਕਾਰਨ ਹੈ ਵੀ ਆਦਮੀ ਸਾਰੇ ਮਨੁੱਖਾਂ ਤੋਂ ਉੱਪਰ ਹੋਣਾ ਚਾਹੁੰਦਾ ਹੈ, ਸ੍ਰੇਸ਼ਟ ਹੋਣਾ ਚਾਹੁੰਦਾ ਹੈ, ਖਾਸ ਹੋਣਾ ਚਾਹੁੰਦਾ ਹੈ, ਵੱਖਰਾ ਹੋਣਾ ਚਾਹੁੰਦਾ ਹੈ। ਕਈ ਕਹਿੰਦੇ ਨਾ ਵੱਖਰਾ ਕਰਨਾ ਹੈ ਕੁਛ, ਵੀ ਲੋਕਾਂ ਨੂੰ ਆਕਰਸ਼ਿਤ ਕਰਨਾ। ਇਸ ਹੰਕਾਰ ਦੀ ਪੂਰਤੀ ਵਾਸਤੇ ਆਦਮੀ ਬਹੁਤ ਦੁੱਖ ਵੀ ਪਾਉਂਦਾ ਹੈ, ਕਿਉਂਕਿ ਛੇਤੀ ਪ੍ਰਭਤਾ ਮਾਣ ਵਡਿਆਈ ਮਿਲਦੀ ਨਹੀਂ ਹੈ ਨਾ। ਬਹੁਤ ਮਿਹਨਤ ਕਰਨੀ ਪੈਂਦੀ। ਕਿਸੇ ਵੀ ਮੁਕਾਮ ਤੱਕ ਤੁਸੀਂ ਸ੍ਰੇਸ਼ਟ ਹੋਣਾ ਹੈ, ਕਿਸੇ ਗੇਮ ਵੱਲ ਨੂੰ ਜਾਣਾ ਹੈ, ਜਾਂ ਰਾਜਨੀਤੀ ਵੱਲ ਨੂੰ ਜਾਣਾ ਹੈ, ਜਾਂ ਧਾਰਮਿਕ ਜਗਤ ਵੱਲ ਨੂੰ ਵੀ ਮਸ਼ਹੂਰ ਹੋਣਾ ਹੈ ਤੁਸੀਂ, ਤੇ ਬੜੇ ਪਾਪੜ ਵੇਲਣੇ ਪੈਂਦੇ ਆ। ਦੂਸਰਿਆਂ ਨੂੰ ਦਿਖਾਉਣਾ ਪੈਂਦਾ ਹੈ ਮੈਂ ਸ੍ਰੇਸ਼ਟ ਹਾਂ, ਮੈਂ ਖਾਸ ਧਾਰਮਿਕ ਹਾਂ, ਮੈਂ ਸੰਤ ਹਾਂ, ਮੈਂ ਮਹਾਤਮਾ, ਦੇਖੋ ਮੇਰੇ ਵੱਲ। ਤੇ ਲੋਕਾਂ ਨੂੰ ਆਕਰਸ਼ਿਤ ਕਰਨਾ, ਦੂਸਰਿਆਂ ਦਾ ਧਿਆਨ ਆਪਣੇ ਵੱਲੋਂ ਖਿੱਚਣਾ। ਜਿੰਨੇ ਜ਼ਿਆਦਾ ਧਿਆਨ ਦਿੰਦੇ ਹਨ, ਓਨਾ ਹੀ ਅਹੰਕਾਰ ਪੁਸ਼ਟ ਹੁੰਦਾ ਹੈ ਵੀ ਮੈਂ ਕੁਛ ਹਾਂ, ਖਾਸ। ਦੇਖੋ ਲੋਕ ਕਿੰਨੇ ਮੇਰੇ ਵੱਲ ਧਿਆਨ ਦਿੰਦੇ ਹਨ। ਇਹ ਹੈ ਵਾਸ਼ਨਾ। ਤੇ ਧਿਆਨ ਮੰਗਦਾ ਹੈ ਆਦਮੀ, ਹਰ ਇੱਕ ਹੀ ਮੰਗ ਰਿਹਾ ਹੈ। ਇਵੇਂ ਹੀ ਤੁਸੀਂ ਬੱਚੇ ਕੋਲ ਵੀ ਧਿਆਨ ਮੰਗਣਾ ਸ਼ੁਰੂ ਕਰ ਦਿੰਦੇ, ਛੋਟੇ ਜਿਹੇ ਕੋਲ। ਹੁਣ ਛੋਟੇ ਬੱਚੇ ਨੂੰ ਤੇ ਪਤਾ ਨਹੀਂ, ਉਹ ਫਿਰ ਹਰ ਇੱਕ ਵੱਲ ਦੇਖ ਕੇ ਹੱਸਣਾ ਸ਼ੁਰੂ ਕਰ ਦਿੰਦਾ ਹੈ, ਮੁਸਕਰਾਉਣਾ, ਵੀ ਲੋਕ ਖੁਸ਼ ਹੁੰਦੇ ਆ। ਤੋਂ ਬਾਹਰ ਧਿਆਨ ਉਹਦਾ ਜਾਣਾ ਸ਼ੁਰੂ ਹੋ ਜਾਂਦਾ ਹੈ। ਤੁਸੀਂ ਫਿਰ ਦੱਸਦੇ ਹੋ ਵੀ ਇਹ ਤੇਰੀ ਚਾਚੀ ਹੈ, ਇਹ ਤਾਈ ਹੈ, ਇਹ ਰਿਸ਼ਤੇਦਾਰੀਆਂ ਦੇ ਬਾਰੇ ਦੱਸਦੇ ਹੋ ਬਾਹਰ। ਤੋਂ ਧੀਰੇ ਧੀਰੇ ਬੱਚਾ ਯਾਦ ਕਰਦਾ ਹੈ, ਖਿਆਲ ਕਰਦਾ ਹੈ, ਦੇਖਦਾ ਹੈ, ਬਾਹਰ ਧਿਆਨ ਕਰਦਾ। ਤੇ ਜਿੰਨਾ ਬਾਹਰ ਧਿਆਨ ਕਰਦਾ ਜਾਂਦਾ ਹੈ, ਆਪਣੇ ਵੱਲੋਂ ਦੂਰ ਜਾਂਦਾ ਹੈ। ਫਿਰ ਦੂਸਰੀ ਗੱਲ ਹੈ, ਸਰੀਰਕ ਭੁੱਖ ਦੀ ਪੂਰਤੀ ਵੀ ਬਾਹਰੋਂ ਹੁੰਦੀ ਹੈ, ਸਰੀਰਕ ਸੁੱਖ ਦੀ ਪੂਰਤੀ ਵੀ ਬਾਹਰੋਂ ਹੁੰਦੀ ਹੈ। ਫਿਰ ਬਾਹਰ ਬਾਰੇ ਸੋਚਣਾ ਸ਼ੁਰੂ ਕਰ ਦਿੰਦਾ ਹੈ ਬੱਚਾ। ਆਲੇ ਦੁਆਲੇ ਦੇ ਸਮਾਜਿਕ ਲੋਕ ਵੀ ਸਮਝਾਉਂਦੇ ਹਨ, ਜੇ ਸੁੱਖ ਪਾਉਣਾ ਹੈ ਤੇ ਸੰਸਾਰ ਦੇ ਵਿੱਚ ਜਿੰਨਾ ਦੌੜੇਗਾ ਓਨਾ ਹੀ ਕਾਮਯਾਬ ਹੋਵੇਗਾ, ਸੰਸਾਰ ਬਾਰੇ ਸੋਚੇਗਾ। ਤੇ ਬੱਚਾ ਫਿਰ ਸੁੱਖ ਪਾਉਣ ਵਾਸਤੇ, ਸਰੀਰ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਬਾਹਰ ਸੋਚਣ ਲੱਗ ਜਾਂਦਾ ਹੈ। ਫਿਰ ਆਪਣੇ ਸਰੀਰ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਸੋਚਦਾ ਹੈ, ਫਿਰ ਗਾਂਹ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਅੱਗੇ ਸੋਚਦਾ ਹੈ। ਫਿਰ ਇੱਦਾਂ ਹੀ ਸੋਚ ਬਾਹਰ ਨੂੰ ਜਾਂਦੀ ਹੈ, ਆਪਣੇ ਤੋਂ ਦੂਰ 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 ਤੁਰਿਆ ਜਾਂਦਾ। ਸੁੱਖ ਤੇ ਉਹਦੇ ਅੰਦਰ ਹੈ,
ਪਰ ਉਹ ਲੱਭਦਾ ਬਾਹਰ ਹੈ। ਜਿਵੇਂ ਕਹਿੰਦੇ ਨਾ, ਮ੍ਰਿਗ ਦੇ ਕਸਤੂਰੀ ਹੁੰਦੀ ਹੈ ਅੰਦਰੇ ਹੀ ਨਾਭੀ ਵਿੱਚ, ਤੋ ਸੋਚਦਾ ਹੈ ਬਾਹਰ ਹੈ, ਬਾਹਰੋਂ ਸਮੈਲ ਆ ਰਹੀ ਹੈ, ਕਸਤੂਰੀ ਕੁੰਡਲ ਬਸ। ਇੱਦਾਂ ਹੀ ਆਦਮੀ ਸੋਚਦਾ ਹੈ ਕਿ ਸੁੱਖ ਬਾਹਰੋਂ ਮਿਲੇਗਾ, ਮਿਲਦਾ ਹੈ। ਬੱਚਿਆਂ ਨੂੰ ਸਮਝਾਇਆ ਵੀ ਜਾਂਦਾ ਹੈ, ਦੇਖ ਫਲਾਣੇ ਦੇ ਮੁੰਡੇ ਨੇ ਕੋਠੀ ਪਾ ਲਈ, ਬਾਹਰ ਚਲੇ ਗਿਆ, ਨਿਆਣੇ ਸੈੱਟ ਹੋ ਗਏ, ਕਿੰਨਾ ਸੁਖੀ ਹੈ। ਤੁਸੀਂ ਬਾਹਰੋਂ ਹੀ ਦੇਖਦੇ ਹੋ ਨਾ ਉਹਨੂੰ ਸੁਖੀ, ਉਹ ਅੰਦਰੋਂ ਕਿੰਨਾ ਕੁ ਦੁਖੀ ਹੈ ਇਹਦੇ ਬਾਰੇ ਤੁਹਾਨੂੰ ਥੋੜ੍ਹੀ ਪਤਾ ਹੈ। ਤੁਸੀਂ ਆਪਣੇ ਬੱਚਿਆਂ ਨੂੰ ਆਕਰਸ਼ਿਤ ਕਰਦੇ ਹੋ ਤੇ ਬੱਚਾ ਬਾਹਰ ਧਿਆਨ ਕਰਨਾ ਸ਼ੁਰੂ ਕਰ ਦਿੰਦਾ ਹੈ ਤੇ ਆਪਣੇ ਤੋਂ ਦੂਰ ਜਾਂਦਾ ਹੈ। ਧਿਆਨ ਬਾਹਰ ਲੱਗ ਜਾਂਦਾ ਹੈ ਸੰਸਾਰ 'ਚ। ਸੰਸਾਰ ਨੂੰ ਦੇਖ ਕੇ ਸੁੱਖ ਲੈਂਦਾ ਹੈ, ਸੰਸਾਰ ਨੂੰ ਸੁਣ ਕੇ ਉਹਨੂੰ ਖੁਸ਼ੀ ਮਿਲਦੀ ਹੈ। ਫਿਰ ਸਵਾਦਿਸ਼ਟ ਖਾਣ ਨੂੰ ਵੀ ਬਾਹਰੋਂ ਮਿਲਦਾ ਹੈ ਤੇ ਸਾਰੇ ਸੁੱਖ ਸਰੀਰ ਦੇ ਹਨ ਤੇ ਉਹ ਆਪਣੇ ਆਪ ਨੂੰ ਸਰੀਰ ਹੀ ਸਮਝ ਲੈਂਦਾ ਹੈ ਤੇ ਸਰੀਰ ਨੂੰ ਸੁੱਖ ਦੇਣ ਵਿੱਚ ਉਹ ਬਾਹਰ ਨੱਠਦਾ ਹੈ। ਸਰੀਰ ਨੂੰ ਸੁਖੀ ਕਰਨਾ, ਸੁੱਖ ਤੇ ਸਰੀਰੋਂ ਬਾਹਰੋਂ ਮਿਲਣਗੇ। ਫਿਰ ਦੇਖੋ ਤੁਸੀਂ, ਇਹ ਧਿਆਨ ਜਿਵੇਂ ਬਾਹਰ ਆਕਰਸ਼ਿਤ ਕਰਦੇ ਹਨ ਬੱਚੇ ਦਾ, ਮਾਂ ਕਰਦੀ ਹੈ। ਮਾਂ ਜਿੰਨਾ ਬੱਚਾ ਜ਼ਿਆਦਾ ਧਿਆਨ ਦਿੰਦਾ ਹੈ, ਮਾਂ ਖੁਸ਼ ਹੁੰਦੀ ਹੈ, ਜ਼ਿਆਦਾ ਕਹਿਣਾ ਮੰਨਦਾ ਹੈ, ਇਹਦਾ ਭਾਵ ਕਿ ਧਿਆਨ ਦਿੰਦਾ ਹੈ। ਫਿਰ ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਹੈ, ਉਹਦਾ ਧਿਆਨ ਹੋਰ ਬਾਹਰ ਜਾਂਦਾ ਹੈ, ਹੋਰ ਬਾਹਰ ਜਾਂਦਾ ਹੈ, ਫਿਰ ਮਾਂ ਤੋਂ ਦੂਰ ਜਾਂਦਾ ਹੈ। ਫਿਰ ਉਹਦੀ ਸ਼ਾਦੀ ਹੋ ਜਾਂਦੀ ਹੈ, ਫਿਰ ਉਹਦਾ ਧਿਆਨ ਆਪਣੀ ਘਰਵਾਲੀ ਵੱਲ ਜਾਂਦਾ ਹੈ ਤੇ ਮਾਂ ਸੋਚਦੀ ਹੈ ਵੀ ਮੇਰੇ ਕੋਲੋਂ ਖੋਹ ਲਿਆ ਗਿਆ ਹੈ ਮੇਰਾ ਬੱਚਾ। ਮੈਂ 20-25 ਸਾਲ ਪਰਵਰਿਸ਼ ਕੀਤੀ ਸੀ, ਇੱਕ ਅਣਜਾਣ ਇਸਤਰੀ ਨੇ ਆਣ ਕੇ ਸਾਰਾ ਹੀ ਧਿਆਨ ਮੇਰੇ ਕੋਲੋਂ ਖੋਹ ਲਿਆ। ਬੱਚਾ ਹੁਣ ਮੇਰੇ ਵੱਲ ਦੇਖਦਾ ਹੀ ਨਹੀਂ, ਮੇਰੀ ਸੁਣਦਾ ਹੀ। ਹੁਣ ਬੱਚਾ ਉੱਧਰ ਆਕਰਸ਼ਿਤ ਹੋ ਗਿਆ। ਇਹੋ ਹੀ ਨਹੁੰ ਸੱਸ ਦੀ ਲੜਾਈ ਵੀ ਹੈ। ਸੱਸ ਚਾਹੁੰਦੀ ਹੈ ਵੀ ਮੈਂ ਮਾਂ ਹਾਂ, ਕਿੰਨਾ ਪਾਲਿਆ ਬੱਚੇ ਨੂੰ, ਸਭ ਕੁਛ ਕੀਤਾ ਇਹਦੇ ਵਾਸਤੇ, ਧਿਆਨ ਮੇਰੇ ਵੱਲ ਜ਼ਿਆਦਾ ਦੇਣਾ ਚਾਹੀਦਾ। ਘਰਵਾਲੀ ਕਹਿੰਦੀ ਹੈ ਵੀ ਹੁਣ ਇਹ ਮੇਰਾ ਹੈ, ਪਤੀ ਹੈ, ਇਹਨੂੰ ਧਿਆਨ ਪੂਰਾ ਦਾ ਪੂਰਾ ਮੇਰੇ ਵੱਲ ਦੇਣਾ ਚਾਹੀਦਾ। ਤੇ ਆਦਮੀ ਖੰਡਿਤ ਹੋਣਾ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਸਾਰੇ ਤੇ ਧਿਆਨ ਮੰਗਦੇ ਹਨ। ਫਿਰ ਅੱਗੇ ਬੱਚੇ ਪੈਦਾ ਹੋ ਜਾਂਦੇ ਹਨ, ਫਿਰ ਬੱਚਿਆਂ ਵੱਲ ਧਿਆਨ, ਬੱਚਿਆਂ ਦੀ ਲਾਈਫ ਬਾਰੇ ਸੋਚਣਾ ਹੈ। ਉਹ ਵੀ ਤੁਸੀਂ ਦੇਖੋ, ਕਮਾਲ ਦੀ ਗੱਲ। ਤੇ ਦਿਨ ਰਾਤ ਧਿਆਨ ਫਿਰ ਬੱਚਿਆਂ ਵੱਲ ਜਾਂਦਾ ਹੈ। ਫਿਰ ਧਿਆਨ ਬਾਹਰ ਹੀ ਬਾਹਰ, ਬਾਹਰ ਹੀ ਬਾਹਰ ਤੁਸੀਂ ਸੋਚਦੇ ਰਹਿੰਦੇ ਹੋ, ਆਪਣੇ ਤੋਂ ਦੂਰ ਚਲੇ ਗਏ। ਕਹਿ ਰਵਿਦਾਸ ਹੱਥ ਪੇ ਨੇੜੇ, ਉਹ ਨੇੜੇ ਸੀ ਪਰ ਧਿਆਨ ਕਰਕੇ ਤੁਸੀਂ ਬਾਹਰ ਚਲੇ, ਬਾਹਰ ਦੀ ਸੋਚਣ ਲੱਗ। ਫਿਰ ਆਪਣੇ ਸਰੀਰ ਬਾਰੇ ਸੋਚਦੇ ਹੋ, ਇਹ ਤੇ ਠੀਕ ਹੈ, ਇਹਨਾਂ ਤੇ ਪਸ਼ੂ ਵੀ ਸੋਚਦੇ ਹਨ। ਜਦੋਂ ਭੁੱਖ ਲੱਗਦੀ ਹੈ ਖਾਣ ਵਾਸਤੇ ਜਾਂਦੇ ਹਨ, ਨਿਕਲਦੇ ਹਨ ਬਾਹਰ, ਪਰ ਉਹ ਸੀਮਤ ਸੋਚਦੇ ਹਨ। ਜਿੰਨੀ ਭੁੱਖ ਲੱਗੀ ਹੈ ਉਹਨਾਂ ਕੁ ਉਹਨਾਂ ਨੇ ਖਾ ਲਿਆ, ਫਿਰ ਤ੍ਰਿਪਤ ਹੋ ਗਏ, ਜ਼ਿਆਦਾ ਨਹੀਂ ਸੋਚਦੇ ਹਨ। ਇਸ ਕਰਕੇ ਪਸ਼ੂ ਸੰਤੁਸ਼ਟ ਵੀ ਹਨ, ਲੰਮੀ ਚੌੜੀ ਨਹੀਂ ਸੋਚਦੇ ਹਨ। ਪਰ ਮਨੁੱਖ ਨੂੰ ਇੱਕ ਹੋਰ ਜ਼ਿਆਦਾ ਵੱਡੀ ਬਿਮਾਰੀ ਲੱਗ ਗਈ, ਕਿਉਂਕਿ ਆਪਣੇ ਭਵਿੱਖ ਬਾਰੇ ਵੀ ਸੋਚਦਾ ਹੈ ਤੇ ਆਪਣੇ ਸਰੀਰ ਤੋਂ ਜਿਹੜੇ ਅੱਗੇ ਸਰੀਰ ਪੈਦਾ ਹੋਏ ਹਨ ਬੱਚੇ, ਉਹਨਾਂ ਦੇ ਭਵਿੱਖ ਬਾਰੇ ਵੀ ਸੋਚਦਾ ਹੈ, ਉਹਨਾਂ ਦੀ ਰੋਜੀ ਰੋਟੀ ਬਾਰੇ ਵੀ ਸੋਚਦਾ ਹੈ। ਬੜੀ ਲੰਮੀ ਚੌੜੀ ਸੋਚ ਹੈ। ਤੇ ਆਦਮੀ ਅੱਗੇ ਭਵਿੱਖ ਦੇ ਵਿੱਚ ਜਾ ਰਿਹਾ ਹੈ, ਇੱਕ ਤੇ ਬਾਹਰ ਜਾ ਰਿਹਾ ਹੈ ਨਾ, ਦੂਸਰਿਆਂ ਤੇ ਧਿਆਨ।
ਇੱਕ ਉੱਥੋਂ ਵੀ ਅੱਗੇ ਬਾਹਰ ਹੋਰ ਅੱਗੇ ਧਿਆਨ ਜਾ ਰਿਹਾ, ਜਿਹੜਾ ਸਮਾਂ ਆਇਆ ਨਹੀਂ ਹੈ ਉੱਥੇ ਬਾਰੇ ਆਦਮੀ ਸੋਚ ਰਿਹਾ ਹੈ, ਉਸ ਭਵਿੱਖ ਬਾਰੇ ਸੋਚ ਰਿਹਾ ਹੈ ਜਿਹੜਾ ਆਇਆ ਨਹੀਂ, ਉਸ ਸਮੇਂ ਬਾਰੇ ਸੋਚ ਰਿਹਾ ਜਿਹੜਾ ਆਇਆ ਨਹੀਂ। ਇਸ ਕਰਕੇ ਬਹੁਤ ਦੂਰ ਜਾ ਰਿਹਾ ਹੈ ਆਪਣੇ। ਫਿਰ ਜਿੰਨਾ ਜ਼ਿਆਦਾ ਦੂਰ ਜਾਵੇਗਾ ਉਨਾ ਹੀ ਬੇਚੈਨ ਹੋਵੇਗਾ। ਇਹ ਵੀ ਗੱਲ ਖਿਆਲ ਵਿੱਚ ਰੱਖਣ ਵਾਲੀ ਹੈ। ਮਨੁੱਖ ਜਿੰਨਾ ਆਪਣੇ ਤੋਂ ਦੂਰ ਜਾਂਦਾ ਹੈ ਨਾ, ਉਨਾ ਬੇਚੈਨ ਹੁੰਦਾ ਹੈ। ਫਿਰ ਦੂਸਰੀ ਗੱਲ ਇਹ ਹੈ ਵੀ ਇਹ ਬਾਹਰ ਧਿਆਨ ਕਰਨ ਦੀ ਇੱਕ ਆਦਤ ਵੀ ਬਣ ਜਾਂਦੀ ਹੈ। ਆਪਣੇ ਤੋਂ ਦੂਰ ਰਹਿਣ ਦੀ, ਦੂਰ ਸੋਚਣ ਦੀ, ਵਿਚਾਰਾਂ ਦੇ ਵਿੱਚ ਖੋਣ ਦੀ ਇੱਕ ਆਦਤ। ਜਿਵੇਂ ਹੁਣ ਅਜੋਕੇ ਸਮੇਂ 'ਚ ਬੱਚਿਆਂ ਦੀ ਇੱਕ ਆਦਤ ਬਣ ਰਹੀ ਹੈ ਵੀ ਉਹ ਸੋਚ ਜ਼ਿਆਦਾ ਰਹੇ ਹਨ। ਉਹ ਵਿਚਾਰ ਜ਼ਿਆਦਾ ਕਰ ਰਹੇ ਹਨ ਆ ਸੋਸ਼ਲ ਮੀਡੀਆ ਦੁਆਰਾ, ਤੇ ਵਿਚਾਰਾਂ ਦੇ ਨਾਲ ਜ਼ਿਆਦਾ ਜੁੜ ਰਹੇ ਹਨ। ਫਿਰ ਜਿੰਨੀ ਵਿਚਾਰਧਾਰਾ ਜ਼ਿਆਦਾ ਚੱਲਦੀ ਹੈ ਨਾ, ਉਨਾ ਹੀ ਆਦਮੀ ਬੇਚੈਨ ਹੁੰਦਾ ਹੈ। ਤੇ ਵਿਚਾਰਧਾਰਾ ਜਿਹੜੀ ਲਗਾਤਾਰ ਚੱਲੇਗੀ ਉਹ ਫਿਰ ਅੱਗੇ ਜਾ ਕੇ ਘੱਟ ਨਹੀਂ ਹੋ ਸਕਦੀ। ਜਿਵੇਂ ਕੋਈ ਬਹੁਤ ਸਪੀਡ 'ਚ ਗੱਡੀ ਚੱਲ ਰਹੀ ਹੋਵੇ, ਇੱਕਦਮ ਤੇ ਨਹੀਂ ਰੁਕ ਸਕਦੀ। ਬ੍ਰੇਕ ਮਾਰੋ, ਬ੍ਰੇਕਾਂ ਵੀ ਫੇਲ ਹੋ ਜਾਂਦੀਆਂ, ਜ਼ਿਆਦਾ ਸਪੀਡ ਹੈ ਤੇ ਜ਼ੋਰ ਦੀ ਮਾਰੀ ਪਲਟ ਵੀ ਸਕਦੀ। ਇਵੇਂ ਹੀ ਮਨ ਅਜੋਕੇ ਸਮੇਂ 'ਚ ਬੱਚਿਆਂ ਦਾ ਇਹ ਸੋਸ਼ਲ ਮੀਡੀਆ ਦੁਆਰਾ, ਟੈਲੀਫੋਨ ਦੁਆਰਾ ਬਹੁਤ ਜ਼ਿਆਦਾ ਚੱਲ ਰਿਹਾ ਹੈ, ਜ਼ਿਆਦਾ ਤੇਜ਼ੀ ਨਾਲ ਚੱਲ ਰਿਹਾ ਹੈ। ਤੇ ਜਿੰਨੀ ਜ਼ਿਆਦਾ ਤੇਜ਼ ਚੱਲੇਗਾ, ਇਹ ਸ਼ੁਰੂ ਤੋਂ ਹੀ ਇੰਨਾ ਤੇਜ਼ ਹੋ ਗਿਆ ਤੇ ਅੱਗੇ ਜਾ ਕੇ ਕਿੰਨਾ ਤੇਜ਼ ਨਾ ਹੋਵੇਗੀ ਤੇ ਰੋਕਣਾ ਔਖਾ ਹੋ ਜਾਵੇਗਾ ਨਾ ਵਿਚਾਰਾਂ। ਇਹ ਆਦਤ ਬਣ ਜਾਵੇਗੀ, ਵਿਚਾਰ ਕਰਨ ਦੀ ਵੀ ਆਦਤ ਬਣ ਜਾਂਦੀ। ਤੇ ਅਜੋਕੇ ਸਮੇਂ 'ਚ ਜ਼ਿਆਦਾ ਹੋ ਰਹੀ ਹੈ। ਤੇ ਵਿਚਾਰ ਜਿਹੜੇ ਹਨ ਜਿੰਨਾ ਜ਼ਿਆਦਾ ਚੱਲਣਗੇ, ਕਿਉਂਕਿ ਦਿਮਾਗ ਦੀ ਇੱਕ ਸੀਮਾ ਹੈ, ਖਿਆਲ ਵਿੱਚ ਰੱਖਿਓ। ਜਿਵੇਂ ਆਪਾਂ ਕਹਿ ਦਿੰਦੇ ਹਾਂ ਨਾ ਵੀ ਆਹ ਕੰਪਿਊਟਰ ਹੈ ਜਾਂ ਟੈਲੀਫੋਨ ਵੀ ਹੈ, ਤੇ ਇਹਦੀ ਕਪੈਸਿਟੀ ਤੋਂ ਵੱਧ ਇਹਦੇ 'ਤੇ ਲੋਡ ਪੈ ਜਾਵੇ ਤੇ ਹੈਂਗ ਹੋ ਜਾਂਦਾ ਹੈ। ਜ਼ਿਆਦਾ ਇਹਦੇ ਵਿੱਚ ਸਟੋਰ ਨਹੀਂ ਹੋ ਸਕਦਾ ਹੈ। ਜਿੰਨੀ ਇਹਦੀ ਕਪੈਸਿਟੀ ਹੈ ਉਨਾ ਕੀ ਚੱਲ ਸਕਦਾ ਹੈ। ਇਵੇਂ ਹੀ ਦਿਮਾਗ ਹੈ। ਬਹੁਤ ਸਾਰੇ ਬੱਚੇ ਵਿਕਸਿਤ ਵੀ ਹੋ ਰਹੇ ਹਨ, ਕਿਉਂਕਿ ਇਹ ਦਿਮਾਗ ਉਹਨਾਂ ਦਾ ਵਿਕਸਿਤ ਨਹੀਂ ਹੋਇਆ ਹੈ ਤੇ ਵਿਚਾਰਧਾਰਾ ਬਹੁਤ ਤੇਜ਼ ਚੱਲਣ ਲੱਗ ਗਈ। ਜਦੋਂ ਜ਼ਿਆਦਾ ਹੀ ਤੇਜ਼ ਚੱਲੇਗੀ ਤਾਂ ਦਿਮਾਗ ਵੀ ਹੈਂਗ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹਨੂੰ ਹੀ ਡਿਪਰੈਸ਼ਨ ਕਹਿੰਦੇ ਹਨ। ਹੁਣ ਬੱਚੇ ਵੀ ਡਿਪਰੈਸ਼ਨ 'ਚ ਜਾ ਰਹੇ, ਦੱਸੋ ਵੱਡੇ ਤੇ ਜਾਣ। ਪੁਰਾਣੇ ਸਮਿਆਂ 'ਚ ਤਾਂ ਹੁੰਦਾ ਸੀ ਵੀ ਬਜ਼ੁਰਗਾਂ ਦਾ ਦਿਮਾਗ ਹੈਂਗ ਹੁੰਦਾ ਸੀ, ਡਿਪਰੈਸ਼ਨ 'ਚ ਜਾਂਦੇ ਸਨ, ਕਿਉਂਕਿ ਬਹੁਤ ਸਾਰੇ ਵਿਚਾਰ ਉਹਨਾਂ ਦੇ ਪਿਛਲੇ ਜੀਵਨ ਦੇ ਅੰਦਰ ਚੱਲ ਰਹੇ ਹਨ, ਵਾਰ-ਵਾਰ ਚੱਲੀ ਜਾ ਰਹੇ ਹਨ, ਰਿਪੀਟ ਹੋਈ ਜਾ ਰਹੇ ਹਨ, ਬੜੀ ਸਪੀਡ 'ਚ ਚੱਲ ਰਹੇ ਹਨ। ਤਾਂ ਜ਼ਿਆਦਾ ਸਪੀਡ 'ਚ ਚੱਲਣ ਕਰਕੇ ਉਹਨਾਂ ਦਾ ਦਿਮਾਗ ਉਹਨਾਂ ਝੱਲ ਨਹੀਂ ਪਾ ਰਿਹਾ ਹੈ, ਕਿਉਂਕਿ ਉਹ ਬਿਰਧ ਹੋ ਗਏ ਹਨ। ਤੇ ਦਿਮਾਗ ਜਿਹੜਾ ਹੈ ਉਹ ਤੇ ਓਨਾ ਹੀ ਹੈ, ਉਹਦਾ ਤੇ ਵਿਕਾਸ ਹੋਇਆ ਨਹੀਂ, ਪਰ ਵਿਚਾਰ ਜ਼ਿਆਦਾ ਹੋ ਗਏ ਹਨ। ਇਸ ਕਰਕੇ ਬਜ਼ੁਰਗਾਂ ਦੇ ਵਿੱਚ ਟੈਨਸ਼ਨ ਆਮ ਹੈ।
ਵਿਸ਼ਿਪਤ ਵੀ ਹੋ ਜਾਂਦੇ ਹਨ। ਬਜ਼ੁਰਗ ਭੁੱਲਣਾ ਵੀ ਸ਼ੁਰੂ ਕਰ ਦਿੰਦੇ ਹਨ। ਯਾਦਾਸ਼ਤ ਵੀ ਉਹਨਾਂ ਦੀ ਭੁੱਲਣੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਹੈਂਗ ਹੋਣਾ ਸ਼ੁਰੂ ਹੋ ਜਾਂਦਾ ਹੈ ਦਿਮਾਗ ਹੁਣ ਜ਼ਿਆਦਾ ਕੰਮ ਨਹੀਂ ਲਿਆ ਜਾ ਸਕਦਾ। ਪਰ ਉਹ ਕੰਮ ਚਾਹੁੰਦੇ ਹਨ। ਉਹ ਕਹਿੰਦੇ ਹਨ ਸਾਰਾ ਕੁਛ ਹੀ ਸਾਨੂੰ ਯਾਦ ਹੋਣਾ ਚਾਹੀਦਾ ਹੈ, ਜੋ ਕੁਛ ਵੀ ਹੈ। ਜਿਸ ਤਰ੍ਹਾਂ ਜਵਾਨੀ 'ਚ ਰਹਿੰਦਾ ਸੀ, ਉੱਦਾਂ ਹੀ ਵਿਚਾਰ ਕਰੀਏ, ਉੱਦਾਂ ਹੀ ਸੋਚੀਏ, ਉੱਦਾਂ ਹੀ ਬੁੱਧੀ ਕੰਮ ਕਰੇ। ਪਰ ਜ਼ਿਆਦਾ ਉਮਰ ਹੋ ਜਾਵੇ ਫਿਰ ਓਨਾ ਦਿਮਾਗ ਐਕਟਿਵ ਨਹੀਂ ਰਹਿੰਦਾ। ਜਿਵੇਂ ਸਰੀਰ ਨਹੀਂ ਐਕਟਿਵ ਰਹਿੰਦਾ ਹੈ, ਦਿਮਾਗ ਵੀ ਕਮਜ਼ੋਰ ਹੋ ਜਾਂਦਾ ਅਤੇ ਉੱਤੇ ਲੋਡ ਜ਼ਿਆਦਾ ਪੈਣਾ ਸ਼ੁਰੂ ਹੋ ਜਾਂਦਾ ਹੈ। ਇਸ ਕਰਕੇ ਬਜ਼ੁਰਗਾਂ ਦੀ ਯਾਦਾਸ਼ਤ ਵੀ ਕਮਜ਼ੋਰ ਹੋ ਜਾਂਦੀ, ਦਿਮਾਗ ਵੀ ਘੱਟ ਜਾਂਦਾ ਹੈ, ਸੋਚਣ ਸ਼ਕਤੀ ਵੀ ਘੱਟ ਜਾਂਦੀ ਹੈ, ਸਮਝਣ ਸ਼ਕਤੀ ਵੀ ਘੱਟ ਜਾਂਦੀ। ਇਹੋ ਕਿਹਾ ਹੈ ਨਾ ਵੀ ਬਿਰਧ ਅਵਸਥਾ ਦੇ ਵਿੱਚ ਫਿਰ ਤੁਸੀਂ ਪਰਮਾਤਮਾ ਦਾ ਚਿੰਤਨ ਨਹੀਂ ਕਰ ਸਕਦੇ, ਕਿਉਂਕਿ ਸਮਝ ਹੀ ਨਹੀਂ ਰਹਿਣੀ। ਚਿੰਤਨ ਕਰੋਗੇ ਕਿ ਤੇ ਜਵਾਨੀ 'ਚ ਹੀ ਹੋ ਸਕਦਾ ਹੈ ਨਾ। ਤੇ ਜਦੋਂ ਜਵਾਨ ਹੁੰਦਾ ਹੈ ਉਦੋਂ ਉਹਦਾ ਦਿਮਾਗ ਵਿਕਸਿਤ ਹੁੰਦਾ ਹੈ। ਫਿਰ ਲੋੜ ਤੋਂ ਵੱਧ ਅਗਰ ਵਿਚਾਰ ਚੱਲਣ ਲੱਗ ਜਾਣ ਤਾਂ ਟੈਨਸ਼ਨ ਦਾ ਕਾਰਨ ਬਣ ਜਾਂਦੇ ਹਨ। ਭਾਵ ਕਿ ਬਹੁਤ ਜ਼ਿਆਦਾ ਵਿਚਾਰ ਚੱਲਣ ਲੱਗ ਗਏ, ਉਹਨਾਂ ਦਿਮਾਗ ਚੱਲਦਾ ਨਹੀਂ। ਉਹਨੂੰ ਹੀ ਡਿਪਰੈਸ਼ਨ ਕਹਿੰਦੇ ਹਨ। ਵਾਰ ਉਹ ਚੱਲ ਰਿਹਾ, ਦਿਨ ਰਾਤ ਚੱਲੀ ਜਾਂਦੇ, ਰੁਕਦੇ ਹੀ। ਉਹ ਟੈਨਸ਼ਨ, ਉਹਨਾਂ ਦਿਮਾਗ ਚੱਲਦਾ ਨਹੀਂ, ਹੈਂਗ ਹੋਣਾ ਸ਼ੁਰੂ ਹੋ ਜਾਂਦਾ। ਤੇ ਇਹ ਇੱਕ ਆਦਤ ਬਣ ਰਹੀ ਹੈ ਬੱਚਿਆਂ 'ਚ ਸ਼ੁਰੂਆਤ ਤੋਂ ਹੀ ਵਿਚਾਰ ਕਰਨ ਦੀ। ਤੇ ਇਹ ਅੱਗੇ ਤੋਂ ਅੱਗੇ ਜਿਵੇਂ ਉਮਰ ਵਧੇਗੀ ਤਿਵੇਂ ਹੀ ਉਹ ਦਿਮਾਗ ਅਗਰ ਨਾ ਵਿਕਸਿਤ ਹੋਇਆ ਤੇ ਬੱਚੇ ਵਿਕਸਿਤ ਜ਼ਿਆਦਾ ਹੋਣਗੇ। ਜਾਂ ਤਾਂ ਉਹਨਾਂ ਨੂੰ ਨਾਲ ਧਿਆਨ ਦੀਆਂ ਪ੍ਰਕਿਰਿਆਵਾਂ ਦੱਸੀਆਂ ਜਾਣ ਵੀ ਦਿਮਾਗ ਨੂੰ ਜ਼ਿਆਦਾ ਨਹੀਂ ਚਲਾਉਣਾ ਹੈ। ਜਿਵੇਂ ਪੁਰਾਣੇ ਸਮਿਆਂ 'ਚ ਹੋਇਆ ਕਰਦਾ ਸੀ, ਬੱਚੇ ਗੁਰੂਕੁਲਾਂ 'ਚ ਪੜ੍ਹਦੇ ਸਨ ਤਾਂ ਉਹਨਾਂ ਨੂੰ ਨਾਲ ਥੋੜ੍ਹਾ ਧਿਆਨ ਕਰਵਾਇਆ ਜਾਂਦਾ ਸੀ। ਕੁਝ ਸਮੇਂ ਪੜ੍ਹਾਇਆ ਜਾਂਦਾ ਸੀ, ਥੋੜ੍ਹੀ ਜਿਹੀ ਵਿਚਾਰ ਕਰਵਾਈ ਜਾਂਦੀ ਸੀ। ਬਾਕੀ ਉਹਨਾਂ ਨੂੰ ਵਿਹਲੇ ਕੁਛ ਕੰਮ ਕਰਵਾਇਆ ਜਾਂਦਾ ਸੀ, ਕੁਛ ਖੇਡਦੇ ਸਨ ਬੱਚੇ, ਕੁਛ ਧਿਆਨ ਕਰਦੇ ਸਨ। ਭਾਵ ਕਿ ਥੋੜ੍ਹਾ ਜਿੰਨਾ ਜ਼ਰੂਰੀ ਹੈ ਜੀਵਨ ਵਾਸਤੇ ਉਹਨਾਂ ਨੂੰ ਸਿਖਾਇਆ ਜਾਂਦਾ ਸੀ। ਉਨੀ ਕੁ ਵਿਚਾਰਧਾਰਾ ਚੱਲਦੀ ਸੀ ਅਤੇ ਨਾਲ ਉਹਨਾਂ ਨੂੰ ਦੱਸਿਆ ਵੀ ਜਾਂਦਾ ਸੀ ਵੀ ਇਸ ਵਿਚਾਰਧਾਰਾ ਤੋਂ ਮੁਕਤ ਵੀ ਹੋਣਾ। ਸਰੀਰ ਵਾਸਤੇ ਹੀ ਸੋਚਣਾ ਹੈ ਬਾਹਰ ਸੰਸਾਰ 'ਚ, ਜਿੰਨਾ ਕੁ ਸਰੀਰ ਦਾ ਨਿਵਾਹ ਹੋ ਸਕੇ। ਸਰੀਰ ਨੂੰ ਜੀਂਦੇ ਰੱਖਣ ਵਾਸਤੇ ਹੀ ਸੋਚਣਾ ਹੈ ਨਾ, ਵਾਧੂ ਕਿਉਂ ਸੋਚੀ ਜਾਣਾ। ਆਹਾਰ ਬਾਰੇ ਜਿਵੇਂ ਪਸ਼ੂ ਪੰਛੀ ਸੋਚਦੇ ਆ, ਉਹ ਦੇਖੋ ਉਹਨਾਂ ਨੂੰ ਬਿਨਾਂ ਸੋਚੇ ਹੀ ਮਿਲ ਜਾਂਦਾ। ਬੰਦਾ ਵੀ ਜ਼ਿਆਦਾ ਹੀ ਮੂੜ ਲੱਗਦਾ ਹੈ ਮੈਨੂੰ, ਇੰਨਾ ਜ਼ਿਆਦਾ ਮੂੜ ਬੇਸਮਝ ਵੀ ਜਦੋਂ ਪਸ਼ੂ ਪੰਛੀਆਂ ਨੂੰ ਮਿਲੀ ਜਾਂਦਾ ਹੈ। ਮੂਰਖਾ ਬੇਸਮਝਾ, ਤੈਨੂੰ ਨਾ ਮਿਲੂਗਾ, ਇੰਨਾ ਸੋਚੀ ਜਾਂਦਾ ਲੰਮੀ ਚੌੜੀ। ਨਾਲੇ ਰੋਜ਼ ਪਾਠ ਕਰੀ ਜਾਂਦਾ, ਲਿਖਿਆ ਵੀ ਹੋਇਆ ਵੀ ਕੂਈਆਂ ਏਡੀ ਦੂਰ ਬੱਚੇ ਛੱਡ ਕੇ ਆ ਜਾਂਦੀਆਂ ਹਨ ਤਾਂ ਉਹਨਾਂ ਦੀ ਪਰਵਰਿਸ਼ ਹੋ ਰਹੀ ਹੈ, ਪਸ਼ੂ ਪੰਛੀਆਂ ਦੀ ਪਰਵਰਿਸ਼ ਹੋ ਰਹੀ। ਤੇ ਸਮਝ ਨਹੀਂ ਆਉਂਦੀ। ਸਿਰਫ ਰਿਜ਼ਕ ਚਾਹੀਦਾ ਹੈ, ਨਾ ਖਾਣ ਨੂੰ ਚਾਹੀਦਾ ਹੈ, ਪਹਿਨਣ ਨੂੰ ਚਾਹੀਦਾ ਹੈ, ਰਹਿਣ ਨੂੰ। ਅਗਰ ਕਿਸੇ ਮਨੁੱਖ ਨੂੰ ਦੇ ਦੇਵੋ ਤਾਂ ਵੀ ਸ਼ਾਂਤ ਨਹੀਂ ਹੁੰਦਾ। ਐਡਾ ਮੂੜ, ਇੰਨਾ ਬੇਸਮਝ ਹੈ ਆਦਮੀ ਸਮਝਦਾ ਮੈਂ ਸਮਝਦਾਰ ਹਾਂ, ਲੱਗਦਾ ਤਾਂ ਨਹੀਂ ਹੈ, ਕਿਉਂਕਿ ਉਹੀ ਸੋਚੀ ਜਾਂਦਾ ਬੇਫਾਲਤੂ। ਸੋਚਣ ਦੀ ਲੋੜ ਨਹੀਂ ਹੈ। ਫਿਰ ਆਦਮੀ ਸੋਚਦਾ ਮੈਂ ਸੰਸਾਰ ਬਾਰੇ ਸੋਚੂੰਗਾ, ਸੰਸਾਰ ਦਾ ਭਲਾ ਕਰੂੰਗਾ। ਨਹੀਂ, ਪਰਮਾਤਮਾ ਚਲਾ ਹੀ ਰਿਹਾ ਸੰਸਾਰ, ਉਹਨੇ ਜਿਵੇਂ ਚਲਾਉਣਾ ਚਲਾ ਰਿਹਾ ਹੈ। ਤੁਹਾਨੂੰ ਸੋਚਣ ਦੀ ਲੋੜ ਨਹੀਂ ਹੈ। ਤੁਹਾਡੀ ਸੋਚ ਦੁਆਰਾ ਸੰਸਾਰ ਚੱਲਦਾ ਵੀ ਨਹੀਂ। ਤੁਹਾਨੂੰ ਪੁੱਛ ਕੇ ਥੋੜ੍ਹੀ ਚਲਾਉਂਦਾ ਹੈ ਪਰਮਾਤਮਾ। ਤੇ ਆਦਮੀ ਦੀ ਵਿਚਾਰਧਾਰਾ ਜਿਹੜੀ ਹੈ ਨਾ, ਅਗਰ ਉਹ ਜ਼ਿਆਦਾ ਚੱਲ ਰਹੀ ਹੈ, ਉਹਦੇ ਦੁਆਰਾ ਵੀ ਤੁਸੀਂ ਬਾਹਰ ਜਾ ਰਹੇ ਹੋ, ਕਿਉਂਕਿ ਵਿਚਾਰਧਾਰਾ ਤੇ ਬਾਹਰ ਦੀ ਹੈ। ਇਹੋ ਹੀ ਮਨ ਹੈ, ਖਿਆਲ ਵਿੱਚ ਰਹੋ। ਹੁਣ ਜਿਵੇਂ ਮੈਂ ਕਿਹਾ ਹੈ ਸਿਮਰਤੀ ਹੈ,
ਤੇ ਸਮਰਤੀ ਬਣਦੀ ਹੈ ਬਾਹਰ ਤੁਸੀਂ ਦੇਖਦੇ ਹੋ ਕੁਛ, ਉਹਦੇ ਬਾਰੇ ਸੋਚਦੇ ਹੋ। ਸੋਚ ਕੇ ਜੋ ਤੁਸੀਂ ਇਕੱਠਾ ਕਰਦੇ ਹੋ ਉਹਨੂੰ ਕਹਿੰਦੇ ਹਨ ਸਿਮਰਤੀ। ਤੇ ਬਾਹਰ ਬਾਰੇ ਸੋਚ ਕਿਉਂ ਰਹੇ ਹੋ? ਅਹਮ ਭਾਵ ਕਰਕੇ। ਮੈਂ ਭਾਵ ਕਰਕੇ ਬਾਹਰ ਬਾਰੇ ਸੋਚ ਰਹੇ ਤਾਂ ਉੱਤੋਂ ਸਿਮਰਤੀ ਬਣ ਰਹੀ, ਤੇ ਸਿਮਰਤੀ ਦੇ ਨਾਲ ਤੁਸੀਂ ਜੁੜ ਰਹੇ, ਤੁਸੀਂ ਸਰੀਰ ਦੇ ਨਾਲ ਜੁੜਦੀ ਜਾਂਦੇ ਹੋ। ਫਿਰ ਸਰੀਰ ਦੇ ਨਾਲ ਜੁੜ ਜਾਓ ਤਾਂ ਵੀ ਠੀਕ ਹੈ, ਪਰ ਤੁਸੀਂ ਸਰੀਰ ਤੋਂ ਵੀ ਬਾਹਰ ਸੰਸਾਰ ਦੇ ਨਾਲ ਜੁੜ ਗਏ, ਫਿਰ ਗੱਲ ਇੱਕ ਖਿਆਲ ਵਿੱਚ ਰੱਖਣ ਯੋਗ ਹੈ। ਵੀ ਇੱਕ ਤੇ ਹੈ ਵੀ ਆਦਮੀ ਦੀ ਵਿਚਾਰ ਕਰਨ ਦੀ ਆਦਤ, ਦੂਸਰੀ ਹੈ ਆਪਣੇ ਤੋਂ ਦੂਰ ਰਹਿਣ ਦੀ ਆਦਤ। ਆਪਣੇ ਤੋਂ ਦੂਰ ਦੂਰ ਤੁਸੀਂ ਰਹਿੰਦੇ ਹੋ, ਓਨਾ ਹੀ ਤੁਸੀਂ ਸੁਖੀ ਮਹਿਸੂਸ ਕਰਦੇ ਹੋ। ਦੂਰ ਦੇ ਖਿਆਲਾਤ, ਦੂਰ ਹੀ ਦੇਖਣਾ, ਦੂਰ ਬਾਰੇ ਸੋਚਣਾ, ਤੁਸੀਂ ਆਪਣੇ ਸਰੀਰ ਤੋਂ ਵੀ ਦੂਰ ਰਹਿੰਦੇ ਹੋ। ਇਸ ਕਰਕੇ ਸਰੀਰ ਨੂੰ ਅਗਰ ਤੁਹਾਨੂੰ ਖਿਆਲ ਵਿੱਚ ਰੱਖਣਾ ਪਵੇ, ਤੁਸੀਂ ਦੁਖੀ ਹੋ ਜਾਂਦੇ ਹੋ। ਦੁੱਖ ਦਾਰੂ ਇਸੇ ਕਰਕੇ ਕਿਹਾ ਹੈ। ਸਰੀਰ ਨੂੰ ਦੁੱਖ ਜਦੋਂ ਹੁੰਦਾ ਹੈ, ਦੁੱਖ ਮਹਿਸੂਸ ਹੁੰਦਾ ਹੈ, ਤੇ ਤੁਸੀਂ ਸਰੀਰ ਕੋਲ ਆਉਂਦੇ ਹੋ, ਆਪਣੇ ਕੋਲ ਆਉਂਦੇ ਹੋ, ਪਰ ਤੁਸੀਂ ਕੋਲ ਰਹਿਣਾ ਨਹੀਂ ਚਾਹੁੰਦੇ ਹੋ। ਦੁੱਖ ਦਾਰੂ ਦਾ ਇਹੋ ਹੀ ਭਾਵ ਹੁੰਦਾ ਹੈ ਵੀ ਕੋਈ ਜੋ ਸਮੱਸਿਆ ਆਉਂਦੀ ਹੈ, ਅਗਰ ਮਾਨਸਿਕ ਵੀ ਆਵੇ, ਪਰਿਵਾਰਿਕ ਵੀ ਆਵੇ, ਬਾਹਰ ਆਉਂਦੀ, ਤਾਂ ਵੀ ਤੁਸੀਂ ਸੋਚਦੇ ਹੋ, ਆਪਣੇ ਕੋਲ ਆਉਂਦੇ ਹੋ, ਆਪਣੇ ਅੰਦਰ ਆ ਜਾਂਦੇ ਹੋ। ਪਰ ਤੁਹਾਡੀ ਆਦਤ ਬਣੀ ਹੋਈ ਹੈ ਆਪਣੇ ਤੋਂ ਦੂਰ ਰਹਿਣ ਦੀ। ਤੁਸੀਂ ਚੰਗਾ ਨਹੀਂ ਸਮਝਦੇ ਹੋ ਆਪਣੇ ਕੋਲ ਰਹਿਣਾ, ਤੇ ਸਰੀਰ ਨੂੰ ਉੱਦਾਂ ਤੁਸੀਂ ਯਾਦ ਥੋੜ੍ਹੀ ਕਰਦੇ ਹੋ। ਤੁਹਾਨੂੰ ਖਿਆਲ ਹੀ ਨਹੀਂ ਆਉਂਦਾ ਸਰੀਰ ਦਾ। ਕਈ ਵਾਰ ਬਾਹਰ ਵੀ ਬਾਹਰ ਸੋਚਦੇ ਰਹਿੰਦੇ। ਜਦੋਂ ਕੋਈ ਦਰਦ ਹੁੰਦੀ ਹੈ, ਪੀੜਾ ਹੁੰਦੀ ਹੈ, ਦੁੱਖ ਲੱਗਦਾ ਹੈ, ਸਰੀਰ ਦੇ ਵਿੱਚ ਦੁੱਖ ਹੁੰਦਾ ਹੈ, ਉਦੋਂ ਸਰੀਰ ਦੀ ਯਾਦ ਆਉਂਦੀ, ਤੇ ਫਿਰ ਤੁਸੀਂ ਸਰੀਰ ਦੇ ਕੋਲ ਆਉਂਦੇ ਹੋ। ਇਸੇ ਕਰਕੇ ਦੁੱਖ ਨੂੰ ਦਾਰੂ ਕਿਹਾ ਹੈ, ਭਾਵ ਕਿ ਤੁਸੀਂ ਦੁੱਖ ਕਰਕੇ ਆਪਣੇ ਕੋਲ ਆਏ। ਦੁੱਖ ਕਰਕੇ ਕੋਲ ਆਏ ਨਾ। ਸੁੱਖ ਰੋਗ ਪਿਆ, ਸੁੱਖ ਦੂਰ ਲੈ ਕੇ ਜਾਂਦਾ। ਸੁਖੀ ਆਦਮੀ ਬਾਹਰ ਬਾਹਰ ਹਵਾ ਚ ਉੱਡਦਾ ਫਿਰਦਾ ਹੈ, ਆਕਾਸ਼ ਚ ਉਡਾਰੀਆਂ ਮਾਰਦਾ ਰਹਿੰਦਾ ਹੈ ਧਿਆਨ ਕਰਕੇ। ਸੁਖੀ ਆਦਮੀ ਆਪਣੇ ਸਰੀਰ ਨੂੰ ਭੁੱਲ ਜਾਂਦਾ ਹੈ, ਆਪਣੇ ਦੂਰ ਦੂਰ ਜਾਂਦਾ ਹੈ। ਜਦੋਂ ਦੁੱਖ ਹੁੰਦਾ ਹੈ ਫਿਰ ਆਪਣੇ ਕੋਲ ਆਉਂਦਾ ਹੈ। ਦੁੱਖ ਦਵਾ ਹੈ। ਕਈਆਂ ਨੇ ਦੁੱਖ ਮੰਗਿਆ ਵੀ, ਤੇ ਪੁਰਾਣੇ ਸਮੇਂ 'ਚ ਸਾਧੂ ਮਹਾਤਮਾ ਦੁੱਖ ਪੈਦਾ ਵੀ ਕਰਦੇ ਸਨ, ਉਹਨੂੰ ਹੀ ਤਪੱਸਿਆ ਕਹਿੰਦੇ ਸਨ। ਧੂਣੀਆਂ ਜਿਵੇਂ ਚਾਰ ਚੁਫੇਰੇ ਤਾ ਕੇ ਵਿਚਾਲੇ ਬੈਠਾ ਹੈ ਕੋਈ ਤਪੱਸਵੀ, ਉਹ ਕੀ ਕਰ ਰਿਹਾ ਹੈ ਵੀ ਸਰੀਰ ਨੂੰ ਦੁੱਖ ਹੋ ਰਿਹਾ ਹੈ, ਸਰੀਰ ਤੇ ਜਲਨ ਹੋ ਰਹੀ ਹੈ, ਤੇ ਸਰੀਰ ਤੇ ਧਿਆਨ ਕਰ ਰਿਹਾ ਹੈ। ਧਿਆਨ ਉਹਦਾ ਬਾਹਰ ਨਹੀਂ ਜਾ ਸਕਦਾ ਕਿਉਂਕਿ ਸਰੀਰ ਤੇ ਜਲਨ ਹੋ ਰਹੀ। ਧਿਆਨ ਨੂੰ ਆਪਣੇ ਕੋਲ ਲਿਆਉਣ ਦੀ ਪ੍ਰਕਿਰਿਆ ਹੈ, ਪਰ ਇਹ ਠੀਕ ਨਹੀਂ ਹੈ ਕਿਉਂਕਿ ਇਹਦੇ ਨਾਲ ਸਰੀਰ ਜੜ ਹੋ ਜਾਵੇਗਾ ਤੇ ਸਰੀਰ ਤੇ ਹੀ ਧਿਆਨ ਟਿਕ ਜਾਵੇਗਾ। ਸਰੀਰ ਤੋਂ ਵੀ ਅੰਦਰ ਜਾਣਾ ਹੈ ਕਿਉਂਕਿ ਤੁਸੀਂ ਅੰਦਰ ਹੋ, ਸਰੀਰ ਦੇ ਵੀ ਅੰਦਰ ਹੋ। ਅੰਦਰ ਹੋ ਤੁਸੀਂ। ਹੱਥ ਪੈ ਨੇੜੇ, ਹੱਥ ਵੀ ਦੂਰ ਹੈ, ਹੱਥ ਸਰੀਰ ਹੈ, ਸਰੀਰ ਤੋਂ ਵੀ ਨੇੜੇ ਹੋ ਤੁਸੀਂ। ਤੁਸੀਂ ਬਹੁਤ ਨੇੜੇ ਹੋ, ਅੰਦਰ ਹੋ, ਤੇ ਅੰਦਰ ਜਾਣਾ ਹੈ। ਪਰ ਦੁੱਖ ਕਰਕੇ ਤੁਸੀਂ ਸਰੀਰ ਦੇ ਕੋਲ ਆਉਂਦੇ, ਸਰੀਰ ਦਾ ਧਿਆਨ ਕਰਨਾ ਪੈਂਦਾ ਹੈ ਤੁਹਾਨੂੰ। ਇਸ ਕਰਕੇ ਤੁਸੀਂ ਧਿਆਨ ਕਰਨਾ ਨਹੀਂ ਚਾਹੁੰਦੇ ਹੋ ਸਰੀਰ ਦਾ। ਤੁਹਾਡੀ ਆਦਤ ਬਣ ਚੁੱਕੀ ਹੈ ਬਾਹਰ ਬਾਹਰ ਦੂਰ ਦੂਰ ਸੁਪਨੇ ਦੇਖਣ। ਸੰਸਾਰ ਦੇ ਵਿੱਚ ਸੁਪਨੇ ਦੇਖਦੇ ਰਹੋ, ਤੁਸੀਂ ਬੜੇ ਨਿਸ਼ਚਿੰਤ ਰਹਿੰਦੇ ਹੋ। ਫਿਰ ਸੁਪਨੇ ਪੂਰੇ ਹੁੰਦੇ ਰਹਿਣ ਤੇ ਬੜਾ ਖੁਸ਼ ਰਹਿੰਦਾ ਹੈ, ਤੇ ਬਾਹਰ ਦੇ ਦੂਰ ਦੇ ਸੁਪਨੇ ਦੇਖਦਾ ਰਹਿੰਦਾ, ਭਵਿੱਖ ਦੇ ਵਿੱਚ ਜਾਂਦਾ ਰਹਿੰਦਾ ਹੈ, ਉਡਾਰੀਆਂ ਮਾਰਦਾ ਰਹਿੰਦਾ, ਸੋਚਦਾ ਰਹਿੰਦਾ ਹੈ ਦੂਰ 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 ਦੂਰ।
ਤੇ ਦੂਰ ਜਾਣ ਦੀ ਆਦਤ ਬਣ ਚੁੱਕੀ ਹੈ। ਐਸਾ ਨਹੀਂ ਹੈ ਵੀ ਬੱਚੇ ਨੂੰ ਤੁਸੀਂ ਇਸ ਬਿਮਾਰੀ ਤੋਂ ਬਚਾ ਸਕਦੇ ਹੋ। ਇਹ ਬਿਮਾਰੀ ਤੇ ਹਰ ਇੱਕ ਨੂੰ ਲੱਗੇਗੀ ਹੀ ਲੱਗੇਗੀ, ਕਿਉਂਕਿ ਉਹਨੂੰ ਦੱਸਣਾ ਹੀ ਪਵੇਗਾ ਸੰਸਾਰ ਬਾਰੇ, ਸਮਝਾਉਣਾ ਵੀ ਪਵੇਗਾ। ਪਰ ਇਹ ਬਿਮਾਰੀ ਤੋਂ ਮੁਕਤ ਹੋਇਆ ਜਾ ਸਕਦਾ ਹੈ। ਹਉਮੈ ਦੀ ਬਿਮਾਰੀ ਤੇ ਲੱਗੇਗੀ ਹਰ ਇੱਕ ਸੰਸਾਰ ਦੇ ਵਿੱਚ ਜਿਹੜਾ ਵੀ ਆਵੇਗਾ, ਪਰ ਇਸ ਬਿਮਾਰੀ ਤੋਂ ਮੁਕਤ ਹੋਇਆ ਜਾ ਸਕਦਾ ਹੈ। ਬਾਅਦ ਵਿੱਚ ਜਦੋਂ ਪਤਾ ਲੱਗ ਜਾਵੇ ਵੀ ਬਿਮਾਰੀ ਇਹ ਹੈ ਵੀ ਮੈਂ ਬਾਹਰ ਦੀ ਸੋਚ ਰਿਹਾ, ਸੰਸਾਰ ਦੇ ਵਿੱਚ ਮੇਰਾ ਧਿਆਨ ਭਟਕ ਗਿਆ ਹੈ, ਮੈਂ ਭਵਿੱਖ ਬਾਰੇ ਸੋਚ ਰਿਹਾ, ਮੈਂ ਦੂਸਰਿਆਂ ਬਾਰੇ ਸੋਚ ਰਿਹਾ, ਮੈਂ ਬਾਹਰ ਬਾਰੇ ਸੋਚੀ ਜਾਂਦਾ, ਉਹ ਸੁੱਖਾਂ ਦਾ ਖਜ਼ਾਨਾ ਤੇ ਮੇਰੇ ਅੰਦਰ ਹੈ, ਸੁੱਖ ਨਿਧਾਨ ਤੇ ਮੇਰੇ ਅੰਦਰ ਹੈ। ਉਹ ਵਾਸਤਵਿਕ ਜਿਹਨੂੰ ਮੈਂ ਬਾਹਰ ਖੋਜ ਰਿਹਾ ਹਾਂ, ਉਹ ਬਾਹਰ ਨਹੀਂ ਹੈ, ਉਹ ਤੇ ਮੇਰੇ ਅੰਦਰ ਹੈ ਕਸਤੂਰੀ। ਉਹ ਹੀਰਾ ਤੇ ਮੇਰੇ ਕੋਲ ਹੈ, ਹੀਰਾ ਹੱਥ ਚੜਿਆ ਨਿਰਮੋਲਕ ਛੂਟ ਗਈ ਸੰਸਾਰ। ਉਹ ਹੀਰਾ ਮੈਨੂੰ ਦਿਖਦਾ ਨਹੀਂ ਹੈ ਤੇ ਮੇਰੇ ਅੰਦਰ ਹੀ ਦਿਖ ਗਿਆ ਜਦੋਂ, ਉਦੋਂ ਤੇ ਸੰਸਾਰ ਛੁੱਟ ਹੀ ਜਾਏਗਾ। ਪਰ ਪਹਿਲਾਂ ਥੋੜਾ ਥੋੜਾ ਛੱਡੋਗੇ ਤਾਂ ਹੀ ਦਿਖੇਗਾ ਨਾ, ਅੰਦਰ ਦੇਖੋਗੇ ਤਾਂ ਹੀ ਹੀਰਾ ਦਿਖੂਗਾ ਨਾ। ਹੀਰਾ ਤੇ ਅੰਦਰ ਹੈ, ਦੇਖ ਤੁਸੀਂ ਬਾਹਰ ਆਏ ਹੋ। ਤੇ ਬਾਹਰੋਂ ਧਿਆਨ ਹਟਾਓਗੇ ਤੇ ਆਪਣੇ ਕੋਲ ਆਓਗੇ। ਤੇ ਇਹ ਆਦਤ ਜਿਹੜੀ ਹੈ ਨਾ, ਪੱਕੀ ਹੋਈ ਹੈ, ਜਿੰਨੇ ਸਮੇਂ ਤੋਂ ਜ਼ਿਆਦਾ ਪੱਕੀ ਹੈ, ਜਿਹਦੀ ਜ਼ਿਆਦਾ ਪੱਕੀ ਹੋਈ ਹੈ, ਬਾਹਰ ਦਾ ਹੀ ਸੋਚ ਰਿਹਾ ਹੈ, ਲਗਾਤਾਰ ਹੀ ਸੋਚੀ ਜਾਂਦਾ ਹੈ, ਕਦੀ ਆਪਣੇ ਕੋਲ ਨਹੀਂ ਬੈਠਾ, ਕੋਈ ਸ਼ਾਂਤ ਨਹੀਂ ਬੈਠਾ, ਤੇ ਉਹਨੂੰ ਬਹੁਤ ਕਠਿਨ ਹੁੰਦਾ ਹੈ ਧਿਆਨ ਨੂੰ ਆਪਣੇ ਵੱਲ ਲਿਆਉਣਾ। ਪਰ ਹੌਲੀ ਹੌਲੀ ਤੁਸੀਂ ਖਿਆਲ ਕਰੋਗੇ, ਸਿਮਰਨ ਦਾ ਭਾਵ ਵੀ ਇਹੋ ਹੀ ਹੁੰਦਾ ਹੈ। ਹੁਣ ਕਹਿੰਦੇ ਹਨ ਸ਼ਬਦ ਦੇ ਵਿੱਚ ਸੁਰਤ ਜੋੜਨੀ, ਉਹਦਾ ਕੀ ਭਾਵ ਹੁੰਦਾ? ਬਾਹਰੋਂ ਧਿਆਨ ਹਟਾਉਣਾ। ਜਿੰਨੀਆਂ ਵੀ ਧਿਆਨ ਦੀਆਂ ਵਿਧੀਆਂ ਹਨ, ਸਿਮਰਨ ਦੀਆਂ ਵਿਧੀਆਂ ਹਨ, ਇਹੋ ਹੀ ਕਹਿੰਦੀਆਂ ਹਨ ਵੀ ਬਾਹਰੋਂ ਧਿਆਨ ਹਟਾਉਣਾ ਸੰਸਾਰ ਵੱਲ। ਸੰਸਾਰ ਝੂਠ ਹੈ, ਅਸੱਤ ਹੈ, ਤੁਸੀਂ ਉਹਦੇ ਵਿੱਚ ਧਿਆਨ ਲਾ ਲਿਆ, ਧਿਆਨ ਆਪਣੇ ਵੱਲ ਲਿਆਉਣਾ ਹੈ। ਤੇ ਹੌਲੀ ਹੌਲੀ ਅਗਰ ਤੁਸੀਂ ਖਿਆਲ ਕੀਤਾ ਬਾਹਰੋਂ, ਹੌਲੀ ਹੌਲੀ ਤੁਸੀਂ ਹਟਾਉਂਦੇ ਰਹੇ, ਆਸਤੇ ਆਸਤੇ ਹੋਵੇਗਾ। ਰੋਜ਼ ਰੋਜ਼ ਖਿਆਲ ਰੱਖੋ, ਸਰੀਰ ਦੇ ਨਿਰਵਾਹ ਵਾਸਤੇ ਕੁਛ ਕਰੋ ਵੀ, ਪਰ ਜ਼ਿਆਦਾ ਸੋਚਦੇ ਹੀ ਨਾ ਰਹੋ। ਓਨਾ ਕਰੋ ਜਿੰਨਾ ਜ਼ਰੂਰੀ ਹੈ, ਓਨਾ ਬੋਲੋ ਜਿੰਨਾ ਜ਼ਰੂਰੀ ਹੈ, ਓਨਾ ਸੁਣੋ ਜਿੰਨਾ ਜ਼ਰੂਰੀ ਹੈ, ਓਨਾ ਹੀ ਵਿਚਾਰ ਕਰੋ ਜਿੰਨਾ ਜ਼ਰੂਰੀ ਹੈ। ਥੋੜ੍ਹਾ ਜਿਹਾ ਰਿਲੈਕਸ ਬੈਠੋ, ਸ਼ਾਂਤ ਬੈਠੋ, ਥੋੜ੍ਹਾ ਜਿਹਾ ਆਪਣੇ ਵੱਲ ਧਿਆਨ ਕਰੋ। ਉਹ ਜਿਹੜਾ ਹੱਥ ਪੇ ਨੇੜੇ ਹੈਗਾ ਨਾ, ਉਹਦੇ ਵੱਲ ਧਿਆਨ ਕਰੋ, ਉਹ ਬਹੁਤ ਨੇੜੇ ਹੈ, ਤੁਹਾਡੇ ਅੰਦਰ ਹੈ। ਤੇ ਇਹ ਸਹਿਜੇ ਹੋਵੇਗਾ, ਕਹਿੰਦੇ ਨਾ ਸਹਿਜੇ ਹੋਵੇ ਸੋ ਹੋਈ, ਇਹ ਸਹਿਜੇ ਹੀ ਹੋਵੇਗਾ, ਕਿਉਂਕਿ ਇਹ ਬਿਲਕੁਲ ਸਹਿਜ ਹੈ। ਜਿਹੜਾ ਬਾਹਰ ਹੈ, ਦੂਰ ਹੈ, ਉਹ ਅਸਹਿਜ ਹੋਵੇਗਾ। ਜਿਹੜਾ ਆਪਣੇ ਕੋਲ ਹੈ, ਬਿਲਕੁਲ ਆਪਣੇ ਅੰਦਰ ਹੈ ਨਾ, ਬਿਲਕੁਲ ਹੀ ਸਹਿਜ ਹੁੰਦਾ ਹੈ। ਤੇ ਸਹਿਜ ਸੁਭਾਏ ਹੋਵੇ ਸੋ ਹੋਏ, ਕਰਨੇ ਹਾਰ ਪਛਾਣੇ। ਬਹੁਤ ਹੀ ਪਿਆਰਾ ਉਪਦੇਸ਼ ਹੈ, ਖਿਆਲ ਵਿੱਚ ਰੱਖਿਓ, ਧਿਆਨ ਵਿੱਚ ਰੱਖਿਓ। ਕਹਿ ਰਵਿਦਾਸ ਹੱਥ ਪੈ ਨੇੜੇ, ਸਹਿਜੇ ਹੋਵੇ ਸੋ ਹੋਈ। ਇਹ ਸਹਿਜ ਤੇ ਧਿਆਨ ਰੱਖਣਾ ਹੈ। ਤੇ ਜਿੰਨੇ ਤੁਸੀਂ ਸਹਿਜ ਹੁੰਦੇ, ਜਿੰਨੇ ਆਪਣੇ ਕੋਲ ਆਉਂਦੇ ਗਏ, ਉਨੇ ਸਹਿਜ ਹੁੰਦੇ ਜਾਓਗੇ। ਜਿੰਨੇ ਆਪਣੇ ਤੋਂ ਦੂਰ ਜਾਂਦੇ ਰਹੇ, ਉਨੇ ਅਸਹਿਜ ਹੁੰਦੇ ਜਾਓਗੇ। ਤੇ ਬਾਹਰ ਅਸਹਿਜ ਹੋਣਾ ਹੈ, ਦੂਰ ਜਾਣਾ ਹੈ, ਅਸਹਿਜ ਹੋਣਾ ਹੈ। ਆਪਣੇ ਕੋਲ ਆਉਣਾ ਹੈ, ਸਹਿਜ ਹੋਣਾ, ਸ਼ਾਂਤ ਹੋਣਾ ਹੈ। ਉਹਨੇ ਤੁਸੀਂ ਸ਼ਾਂਤ ਹੁੰਦੇ ਹੋ। ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁੱਖ ਭੁਲਾਏ। ਤੇ ਬਾਹਰ ਦੁੱਖ ਹੀ ਦੁੱਖ ਹਨ, ਅੰਦਰ ਸਾਰੇ ਦੁੱਖਾਂ ਦਾ ਨਿਵਾਰਨ। ਸਹਿਜ, ਉਹਨੂੰ ਹੀ ਸਹਿਜ ਸਮਾਧੀ ਕਿਹਾ ਹੈ।